ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਬਾਬਾ ਬੀਰ ਰਮਦਾਸ ਜੀ ਦਾ ਜੀਵਨ ਦੀ ਇੱਕ ਦਰਸ਼ਨਾਂ ਦੀ ਜੋ ਝਲਕ ਵਾ, ਦਾਸ ਉਸ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਸੋ ਬਾਬਾ ਬੀਰ ਰਮਦਾਸ ਜੀ ਮਹਾਂਪੁਰਖ ਜਿਹੜੇ ਮਾਤਾ ਗੁਜਰੀ ਜੀ ਦੇ ਚਾਚਾ ਜੀ ਦੇ ਲੜਕੇ ਲੱਗਦੇ ਸੀਗੇ, ਇਹ ਸ਼ੁਰੂ ਤੋਂ ਹੀ ਨਾਮ ਭਜਨ ਸਿਮਰਨ ਵਾਲੇ ਸੀਗੇ। ਇਹ ਹਮੇਸ਼ਾ ਆਪਣੇ ਤਨ ਦੇ ਉੱਤੇ ਕੋਈ ਦੂਸਰਾ ਕੱਪੜਾ ਨਹੀਂ ਸੀ ਪਹਿਨਦੇ, ਕੇਵਲ ਤਾਂ ਕੇਵਲ ਇੱਕ ਲਗੋਟੀ ਉਸ ਨੂੰ ਹੀ ਆਪਣੇ ਸਰੀਰ ਦੇ ਉੱਤੇ ਰੱਖਦੇ ਹੁੰਦੇ ਸੀ। ਸੋ ਇਹਨਾਂ ਮਹਾਂਪੁਰਖਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਧੰਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਵਾਨੀ ਯਾਦ ਸੀਗਾ, ਅਤੇ ਇਹ ਹਮੇਸ਼ਾ 24 ਘੰਟੇ 8 ਪਹਿਰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਰਹਿੰਦੇ ਸੀ। ਸੋ ਜਿਸ ਕਰਕੇ ਇਹਨਾਂ ਦੇ ਰੋਮ ਰੋਮ ਦੇ ਵਿੱਚੋਂ ਇਸ ਬਾਣੀ ਦੀ ਆਵਾਜ਼ ਸਹਿਜ ਦੇ ਵਿੱਚ ਸੁਣਾਈ ਦਿੰਦੀ ਹੁੰਦੀ ਸੀ। ਇੱਕ ਵਾਰ ਬਾਬਾ ਬੀਰ ਰਮਦਾਸ ਜੀ ਇਹ ਅਨੰਦਪੁਰ ਸਾਹਿਬ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨ ਆਏ। ਜਦ ਆਏ ਆ ਅਤੇ ਇਹਨਾਂ ਨੇ ਕੇਵਲ ਅਤੇ ਕੇਵਲ ਇੱਕੋ ਹੀ ਲਗੋਟ ਪਹਿਨਿਆ ਸੀਗਾ, ਅਤੇ ਉੱਥੇ ਜਦ ਕਲਗੀਧਰ ਮਹਾਰਾਜ ਦੇ ਦੀਵਾਨ ਦੇ ਵਿੱਚ ਗਏ ਆ, ਅਤੇ ਮਹਾਰਾਜ ਨੇ ਜਿਹੜੀ ਆਪਣੀ ਨਜ਼ਰ ਸੀ ਜਦ ਇਹਨਾਂ ਵੱਲ ਕੀਤੀ ਆ, ਅਤੇ ਮਹਾਰਾਜ ਨੇ ਇਹਨਾਂ ਨੂੰ ਪੁੱਛਿਆ ਸਧਾਰਨੀ ਵੀ ਤੁਸੀਂ ਕੌਣ ਆ ਅਤੇ ਕਿੱਥੋਂ ਆਏ ਆ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਬਾਬਾ ਬੀਰ ਰਮਦਾਸ ਜੀ ਨੇ ਦੱਸਿਆ ਸੀਗਾ, ਕਹਿੰਦੇ ਵੀ ਅਸੀਂ ਹੈ ਨਾ ਤੁਹਾਡੇ ਮਾਮਾ ਜੀ ਲੱਗਦੇ ਹਾਂ, ਅਤੇ ਅਸੀਂ ਤੁਹਾਡੀ ਮਾਤਾ ਜੀ ਦੇ ਚਾਚੇ ਦੇ ਲੜਕੇ ਹਾਂ। ਜਦ ਇਹ ਗੱਲ ਹੋਈ ਸੀ ਤਾਂ ਫਿਰ ਕਲਗੀਧਰ ਮਹਾਰਾਜ ਨੇ ਇਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਸੀਗਾ। ਇਸ ਕਰਕੇ ਟੇਕਿਆ ਸੀਗਾ ਕਿ ਇਹ ਸਾਡੇ ਰਿਸ਼ਤੇਦਾਰ ਜੀ ਦੇ ਮਾਮਾ ਜੀ ਆ, ਮਾਤਾ ਗੁਜਰੀ ਜੀ ਦੇ ਚਾਚੇ ਜੀ ਦੇ ਲੜਕੇ ਆ। ਫਿਰ ਉਸ ਤੋਂ ਬਾਅਦ ਮਹਾਂਪੁਰਖ ਇਹਨਾਂ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਮਾਤਾ ਗੁਜਰੀ ਜੀ ਦੇ ਪਾਸ ਲੈ ਕੇ ਆਏ। ਜਦੋਂ ਸ਼ਹਿਨशाह ਧੰਨ ਕਲਗੀਧਰ ਪਿਤਾ ਬਾਬਾ ਬੀਰ ਰਮਦਾਸ ਜੀ ਨੂੰ ਮਾਤਾ ਗੁਜਰੀ ਜੀ ਦੇ ਪਾਸ ਲੈ ਕੇ ਆਏ, ਅਤੇ ਮਾਤਾ ਜੀ ਦਾ ਇਹਦਾ ਦੇ ਨਾਲ ਪਹਿਲਾਂ ਸ਼ੁਰੂ ਤੋਂ ਹੀ ਪ੍ਰੇਮ ਸੀਗਾ, ਅਤੇ ਇੱਥੇ ਕਾਫੀ ਦਿਨ ਹੈ ਨਾ ਮਾਤਾ ਜੀ ਦੇ ਪਾਸ ਰਹੇ ਆ, ਅਤੇ ਮਾਤਾ ਜੀ ਨੇ ਬਹੁਤ ਚਾਵਾਂ ਦੇ ਨਾਲ ਇਹਨਾਂ ਦੀ ਸੇਵਾ ਕੀਤੀ ਆ। ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਪਦਾਰਥ ਦੇ ਕੇ ਜਦ ਇਹਨਾਂ ਨੂੰ ਵਿਦਾ ਕੀਤਾ, ਉਸ ਤੋਂ ਬਾਅਦ ਫਿਰ ਮਾਤਾ ਜੀ ਨੇ ਕਲਗੀਧਰ ਪਿਤਾ ਜੀ ਨੂੰ ਆਪਣੇ ਪਾਸ ਬੁਲਾਇਆ, ਅਤੇ ਉਹਨਾਂ ਨੂੰ ਇਹ ਆਖਿਆ ਕਿ ਬਾਬਾ ਬੀਰ ਰਮਦਾਸ ਜੀ ਦਾ ਜੋ ਪਿਛਲਾ ਤਪ ਆ ਬਹੁਤ ਆ, ਅਤੇ ਹੁਣ ਦਾ ਤਪ ਵੀ ਬੜਾ ਭਾਰਾ ਹੈਗਾ, ਪਰ ਤੁਸੀਂ ਉਹਨਾਂ 'ਤੇ ਕਿਰਪਾ ਨਹੀਂ ਕੀਤੀ ਜਿਸ ਦੀ ਆਸ ਲੈ ਕੇ ਉਹ ਅਨੰਦਪੁਰ ਸਾਹਿਬ ਪਹੁੰਚੇ ਸੀ। ਜਦ ਇੰਨੀ ਗੱਲ ਹੋਈ ਤਾਂ ਫਿਰ ਕਲਗੀਧਰ ਪਿਤਾ ਜੀ ਉਹਨਾਂ ਟਾਈਮਾਂ 'ਚ ਫਿਰ ਮੁਸਕਰਾਏ ਅਤੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਅਗਰ ਕਿਸੇ ਨੇ ਬਖਸ਼ਿਸ਼ ਜਾਂ ਕਿਰਪਾ ਲੈਣੀ ਆ ਨਾ, ਤਾਂ ਫਿਰ ਤਾਂ ਭਾਈ ਉਹ ਦਾਸ ਭਾਵਨਾ ਨਾਲ ਆਉਂਦਾ ਹੈ। ਪਰ ਅਸੀਂ ਜਦ ਉਹਨਾਂ ਨੂੰ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਸਾਡੇ ਮਾਮਾ ਜੀ ਲੱਗਦੇ ਆ, ਅਤੇ ਇਸੇ ਕਰਕੇ ਮਾਮਾ ਜੀ ਦੀ ਰਿਸ਼ਤੇਦਾਰੀ ਕਰਕੇ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਵਾਸਤੇ ਉਹਨਾਂ ਦੇ ਪੈਰੀਂ ਹੱਥ ਲਾਤਾ ਸੀ। ਜਦ ਇੰਨੀ ਗੱਲ ਹੋਈ ਹੈ ਤਾਂ ਉਸ ਤੋਂ ਬਾਅਦ ਫਿਰ ਮਾਤਾ ਜੀ ਚੁੱਪ ਕਰ ਗਏ, ਪਰ ਇਹ ਗੱਲ ਬਾਬਾ ਬੀਰ ਰਮਦਾਸ ਜੀ ਦੇ ਤੱਕ ਪਹੁੰਚ ਗਈ ਸੀ। ਜਦ ਉਹਨਾਂ ਤੱਕ ਪਹੁੰਚੀ ਫਿਰ ਉਹਨਾਂ ਨੇ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਹੈ ਨਾ ਮੈਂ ਕੇਵਲ ਅਤੇ ਕੇਵਲ ਭਜਨ ਸਿਮਰਨ ਹੀ ਕਰਨਾ ਹੈ। ਫਿਰ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਬੀਰ ਰਮਦਾਸ ਜੀ ਨੇ ਇੱਕ ਗੋਕਲਦਾਸ ਗੁਰੂ ਆ, ਉਹਨਾਂ ਨੂੰ ਆਪਣਾ ਇਸ਼ਟ ਮੰਨ ਲਿਆ ਅਤੇ ਉਹਨਾਂ ਦੀ ਸੇਵਾ ਸ਼ੁਰੂ ਕਰਤੀ। ਜਦ ਸੇਵਾ ਸ਼ੁਰੂ ਕੀਤੀ ਤਾਂ ਇੱਕ ਦਿਨ ਇਹਨਾਂ ਦੇ ਗੁਰੂ ਗੋਕਲਦਾਸ ਜੀ ਨੇ ਬਾਬਾ ਬੀਰ ਰਮਦਾਸ ਜੀ ਨੂੰ ਆਖਿਆ ਕਿ ਆਹ ਡੇਰੇ ਦੀਆਂ ਜਿਹੜੀਆਂ ਗਾਈਆਂ ਹੈਗੀਆਂ ਇਹਨਾਂ ਨੂੰ ਤੁਸੀਂ ਚਾਰ ਕੇ ਲਿਆਵੋ। ਜਦੋਂ ਬਾਬਾ ਬੀਰ ਰਮਦਾਸ ਜੀ ਉਹ ਗਾਈਆਂ ਲੈ ਕੇ ਖੇਤਾਂ ਦੇ ਵਿੱਚ ਬਾਹਰ ਦੂਰ ਗਏ, ਅਚਨਚੇਤ ਬਾਬਾ ਬੀਰ ਰਮਦਾਸ ਜੀ ਦੀ ਸਮਾਧੀ ਜਿਹੜੀ ਸੀ ਉਹ ਧੰਨ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਜੁੜ ਗਈ। ਜਦ ਜੁੜੀ ਆ ਉਸ ਤੋਂ ਬਾਅਦ ਉਹ ਜਿਹੜੀਆਂ ਗਾਈਆਂ ਸੀ, ਜਿੰਨੇ ਡੰਗਰ ਸੀਗੇ, ਨਾਲ ਇੱਕ ਜ਼ਿਮੀਂਦਾਰ ਦਾ ਖੇਤ ਸੀਗਾ, ਉਹਦੇ ਵਿੱਚ ਸਾਰੇ ਚਲੇ ਗਏ। ਜਦ ਗਏ ਤਾਂ ਉਹਦਾ ਖੇਤ ਜਿਹੜਾ ਨਾ ਪੂਰੀ ਤਰ੍ਹਾਂ ਉਜਾੜ ਦਿੱਤਾ। ਜਦ ਉਜਾੜ ਦਿੱਤਾ ਉਸ ਤੋਂ ਬਾਅਦ ਫਿਰ ਬਾਬਾ ਬੀਰ ਰਮਦਾਸ ਦੀ ਜਦ ਸਮਾਧੀ ਖੁੱਲ੍ਹੀ ਤਾਂ ਉੱਧਰੋਂ ਜਿਹਦਾ ਖੇਤ ਉਜਾੜਿਆ ਸੀ ਜ਼ਿਮੀਂਦਾਰ ਦਾ, ਉਹ ਵੀ ਆ ਗਿਆ। ਫਿਰ ਉਹਨੇ ਜਦ ਦੇਖਿਆ ਕਿ ਮੇਰਾ ਖੇਤ ਇਹਦੀਆਂ ਗਾਈਆਂ ਨੇ ਮੱਝਾਂ ਨੇ ਪੂਰੀ ਤਰ੍ਹਾਂ ਉਜਾੜ ਦਿੱਤਾ, ਅਤੇ ਉਹ ਫਿਰ ਜ਼ਿਮੀਂਦਾਰ ਬਾਬਾ ਬੀਰ ਰਮਦਾਸ ਜੀ ਨੂੰ ਬਹੁਤ ਬੁਰਾ ਭਲਾ ਬੋਲਿਆ। ਉਸ ਤੋਂ ਬਾਅਦ ਫਿਰ ਉਸੇ ਹੀ ਜ਼ਿਮੀਂਦਾਰ ਨੇ ਇਹਨਾਂ ਦੀ ਸ਼ਿਕਾਇਤ ਇਹਨਾਂ ਦੇ ਗੁਰੂ ਗੋਕਲਦਾਸ ਜੀ ਦੇ ਕੋਲ ਕਰ ਦਿੱਤੀ ਕਿ ਕਿਵੇਂ ਤੁਹਾਡਾ ਜਿਹੜਾ ਸ਼ਾਗਿਰਦ ਵਾ ਉਹਨੇ ਮੇਰੇ ਪੂਰੇ ਖੇਤ ਉਜਾੜ ਕੇ ਰੱਖਤੀ, ਮੇਰੀ ਖੇਤੀ ਉਜਾੜ ਦਿੱਤੀ ਆ। ਉਸ ਤੋਂ ਬਾਅਦ ਫਿਰ ਬਾਬਾ ਗੋਕਲਦਾਸ ਜੀ ਨੇ ਉਹਦੇ ਜ਼ਿਮੀਂਦਾਰ ਨੂੰ ਸਮਝਾਇਆ ਤਾਂ ਉਹਨੇ ਇਹ ਵੀ ਆਖਿਆ ਕਿ ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਜਿੰਨਾ ਵੀ ਤੇਰਾ ਨੁਕਸਾਨ ਹੋਇਆ ਨਾ ਉਸ ਨੁਕਸਾਨ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈਗੀ ਆ, ਜੋ ਭਰਪਾਈ ਆ ਉਹ ਅਸੀਂ ਕਰ ਦਿਆਂਗੇ, ਇਸ ਕਰਕੇ ਤੂੰ ਬਿਲਕੁਲ ਨਿਸ਼ਚਲ ਹੋ ਜਾ। ਉਸ ਤੋਂ ਬਾਅਦ ਜਦੋਂ ਬਾਬਾ ਬੀਰ ਰਮਦਾਸ ਜੀ ਆਏ ਤਾਂ ਫਿਰ ਇਹਨਾਂ ਦੇ ਗੁਰੂ ਗੋਕਲਦਾਸ ਜੀ ਨੇ ਬਾਬਾ ਬੀਰ ਰਮਦਾਸ ਜੀ ਨੂੰ ਪੁੱਛਿਆ, ਕਹਿੰਦੇ ਭਾਈ ਵੀ ਸਾਨੂੰ ਇੱਕ ਜ਼ਿਮੀਂਦਾਰ ਆਇਆ ਸੀਗਾ ਅਤੇ ਉਹਨੇ ਤੇਰੀ ਸ਼ਿਕਾਇਤ ਕੀਤੀ ਹੈ ਕਿ ਤੇਰੇ ਜਿੰਨੇ ਵੀ ਡੰਗਰ ਆ ਉਹਨੇ
ਉਹਨਾਂ ਨੇ ਉਹਦੀ ਜ਼ਮੀਨ ਦੀ ਜਿੰਨੀ ਵੀ ਫਸਲ ਸਾਰੀ ਉਜਾੜ ਦਿੱਤੀ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਬੀਰ ਰਮਦਾਸ ਜੀ ਰੋਬ 'ਚ ਆ ਗਏ। ਰੋਬ 'ਚ ਆ ਕੇ ਕਹਿਣ ਲੱਗੇ ਵੀ ਮੈਂ ਤਾਂ ਕੋਈ ਫਸਲ ਨਹੀਂ ਉਜਾੜੀ। ਜਦ ਇੰਨੀ ਗੱਲ ਹੋਈ ਤਾਂ ਫਿਰ ਗੋਕਲਦਾਸ ਜੀ ਕਹਿਣ ਲੱਗੇ ਵੀ ਉਹ ਜ਼ਿਮੀਂਦਾਰ ਝੂਠ ਬੋਲਦਾ ਹੈਗਾ, ਉਹ ਆਪਦੀ ਸ਼ਿਕਾਇਤ ਮੇਰੇ ਪਾਸ ਲੈ ਕੇ ਆਇਆ। ਅਤੇ ਬਾਬਾ ਬੀਰ ਰਮਦਾਸ ਜੀ ਕਹਿੰਦੇ ਚਲੋ ਠੀਕ ਆ, ਅਗਰ ਉਹ ਸ਼ਿਕਾਇਤ ਲੈ ਕੇ ਆਇਆ ਹੈ ਅਤੇ ਉਸ ਨੂੰ ਕਹੋ ਕਿ ਹੁਣੇ ਜਿੰਨੇ ਪਿੰਡ ਦੇ ਜਿਹੜੇ ਮੋਹਤਬਾਰ ਸੱਜਣ ਹੈ ਉਹ ਸਾਰੇ ਇਕੱਠੇ ਕਰਕੇ ਅਤੇ ਆਪਣੇ ਖੇਤ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਦੇਖ ਲਵੇ, ਫਿਰ ਉਹ ਦੱਸੇ ਵੀ ਉਹਦੀ ਖੇਤੀ ਉਜੜੀ ਆ ਜਾਂ ਨਹੀਂ ਉਜੜੀ। ਜਦ ਫਿਰ ਇੰਨੀ ਗੱਲ ਹੋਈ ਸੀ, ਫਿਰ ਗੋਕਲਦਾਸ ਜੀ ਨੇ ਜਿਹੜੇ ਸੀ ਜ਼ਿਮੀਂਦਾਰ ਨੂੰ ਦੁਬਾਰਾ ਸੱਦਿਆ, ਉਹਨੂੰ ਸਾਰੀ ਗੱਲ ਦੱਸੀ ਵੀ ਭਾਈ ਮੇਰੇ ਸ਼ਿਕਾਇਤ ਬੀਰ ਰਮਦਾਸ ਕਹਿੰਦੇ ਵੀ ਅਸੀਂ ਤੇਰੀ ਖੇਤੀ ਕੋਈ ਨਹੀਂ ਜਾੜੀ, ਤੂੰ ਉਹਨਾਂ 'ਤੇ ਝੂਠਾ ਇਲਜ਼ਾਮ ਲਾਉਂਦਾ। ਪਰ ਜ਼ਿਮੀਂਦਾਰ ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ ਹੈ। ਪਰ ਜਦੋਂ ਸਾਰੇ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਜ਼ਿਮੀਂਦਾਰ ਜਿਹੜਾ ਸੀ ਖੇਤਾਂ 'ਚ ਦੇਖਣ ਗਿਆ ਅਤੇ ਜਦ ਕੀ ਦੇਖਿਆ ਹੈਗਾ, ਸਾਰੀ ਖੇਤੀ ਹਰੀ ਭਰੀ ਸੀਗੀ। ਇਹ ਪਹਿਲਾ ਕੌਤਕ ਬਾਬਾ ਬੀਰ ਰਮਦਾਸ ਜੀ ਦਾ ਉਹਨਾਂ ਟਾਈਮਾਂ ਦੇ ਵਿੱਚ ਹੋਇਆ ਸੀਗਾ, ਜਿਸ ਨੂੰ ਦੇਖ ਕੇ ਜ਼ਿਮੀਂਦਾਰ ਤੋਂ ਉਹਦੇ ਨਾਲ ਦੇ ਸਾਥੀ ਦੰਗ ਰਹਿ ਗਏ ਸੀ, ਕਿਉਂਕਿ ਖੇਤ ਦੇ ਵਿੱਚ ਕਿਸੇ ਵੀ ਜਾਨਵਰ ਦਾ ਜੋ ਪੈਰ ਸੀਗਾ ਉਹ ਵੀ ਨਜ਼ਰ ਨਹੀਂ ਸੀ ਆਇਆ। ਉਸ ਤੋਂ ਬਾਅਦ ਫਿਰ ਬਾਬਾ ਬੀਰ ਰਮਦਾਸ ਦੀ ਜਿਹੜੀ ਚੜ੍ਹਾਈ ਸੀਗੀ ਉਹ ਜ਼ਿਆਦਾ ਹੋਣ ਲੱਗੀ ਸੀਗੀ। ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਮਹਾਂਪੁਰਖਾਂ ਦੇ ਮਨ ਦੇ ਵਿੱਚ ਆਇਆ ਵੀ ਚਲੋ ਹੋਰ ਨਹੀਂ ਤਾਂ ਹੋਰ ਕਿਸੇ ਜਗ੍ਹਾ ਨਾ ਸਮਾਧੀ ਲਾ ਕੇ ਬਹਿ ਜਾਂਦੇ ਆ। ਫਿਰ ਕਿਉਂਕਿ ਪਹਿਲਾ ਨਾਮ ਬਾਬਾ ਬੀਰ ਰਮਦਾਸ ਜੀ ਦਾ ਰਤਨਦਾਸ ਸੀਗਾ, ਉਸ ਤੋਂ ਬਾਅਦ ਫਿਰ ਇੱਕ ਇਕਾਂਤ ਜਗ੍ਹਾ ਦੇ ਉੱਤੇ ਜਾ ਕੇ ਬਾਬਾ ਬੀਰ ਰਮਦਾਸ ਜੀ ਨੇ ਜਦੋਂ ਸਮਾਧੀ ਲਾਈ, ਸਮਾਧੀ ਲਾਉਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਸ ਦਾ ਉਹ ਬਿਲਕੁਲ ਆਪਣੇ ਸੁਰਤ ਦੇ ਵਿੱਚੋਂ ਚੇਤਾ ਭੁੱਲ ਗਏ ਅਤੇ ਬਿਲਕੁਲ ਨਿਰੰਤਰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਉਹਨਾਂ ਦਾ ਜਿਹੜੀ ਸੁਰਤ ਸੀ ਉਹ ਜੁੜ ਗਈ। ਜਦ ਜੁੜੀ ਆ, ਜਿਉਂ ਬਾਬਾ ਬੀਰ ਰਮਦਾਸ ਜੀ ਬੈਠੇ ਆ ਸਮਾਧੀ ਦੇ ਸਥਿਰ, ਹੌਲੀ ਹੌਲੀ ਉਹਨਾਂ ਦੇ ਸਰੀਰ ਦੇ ਉੱਤੇ ਜਿਹੜੇ ਮਿੱਟੀ ਮੀਂਹ ਝੱਖੜ ਦੀਆਂ ਜਿਹੜੀਆਂ ਸਮੇਂ ਦੀਆਂ ਹਨੇਰੀਆਂ ਸੀਗੀਆਂ, ਉਹਨਾਂ ਕਰਕੇ ਉਹਨਾਂ ਦਾ ਸਰੀਰ ਜਿਹੜਾ ਸੀਗਾ ਉਹ ਮਿੱਟੀ ਦੇ ਨਾਲ ਇੰਨਾ ਭਰ ਗਿਆ ਕਿ ਉਹਦੇ ਉੱਤੇ ਬਹੁਤ ਵੱਡੀ ਜਿਹੜੀ ਸੀਗੀ ਇੱਕ ਥੇਹ ਬਣ ਗਈ ਮਿੱਟੀ ਦੀ। ਜਦ ਮਿੱਟੀ ਦਾ ਬਹੁਤ ਵੱਡਾ ਇੱਕ ਟਿੱਲਾ ਜਿਹਾ ਬਣ ਗਿਆ, ਉਸ ਤੋਂ ਬਾਅਦ ਉਸ ਟਿੱਲੇ ਦੇ ਵਿੱਚ ਫਿਰ ਸੱਪਾਂ ਨੇ ਬਹੁਤ ਸਾਰੀਆਂ ਜਿਹੜੀਆਂ ਖੁੱਡਾਂ ਕੱਟ ਲਈਆਂ। ਜਦ ਖੁੱਡਾਂ ਕੱਢੀਆਂ ਅਤੇ ਵਿੱਚ ਬਾਬਾ ਬੀਰ ਰਮਦਾਸ ਜੀ ਇੱਕ ਰਾਤ ਸਮਾਧੀ ਦੇ ਵਿੱਚ ਬੈਠੇ ਆ, ਉਹਨਾਂ ਨੂੰ ਕੋਈ ਖਬਰ ਨਹੀਂ ਕਿ ਮੇਰੇ ਸਰੀਰ ਦੇ ਉੱਤੇ ਕੀ ਹੋ ਰਿਹਾ ਹੈ। ਪਰ ਜਦੋਂ ਸਮਾਂ ਆਇਆ ਅਤੇ ਜਦੋਂ ਬਾਬਾ ਬੀਰ ਰਮਦਾਸ ਜੀ ਜਿਹੜੇ ਸੀਗੇ ਉਹ ਸਮੇਂ ਦੇ ਵਿੱਚ ਪ੍ਰਗਟ ਹੋਏ ਆ, ਜਦੋਂ ਇਹ ਥੇ ਜਿਹੜਾ ਸੀਗਾ ਜਦ ਉਹ ਜਿਨ੍ਹਾਂ ਦੇ ਜ਼ਿਮੀਂਦਾਰਾਂ ਦੇ ਇਲਾਕੇ ਦੇ ਜ਼ਮੀਨ ਦੇ ਵਿੱਚ ਥੇ ਆਇਆ ਸੀ, ਜਦ ਉਹਨਾਂ ਨੇ ਥੇ ਉਠਾਇਆ ਸੀ ਤਾਂ ਵਿੱਚੋਂ ਫਿਰ ਬਾਬਾ ਬੀਰ ਰਮਦਾਸ ਜਿਹੜੇ ਸਮਾਧੀ ਸਥਿਰ ਨਿਕਲੇ ਸੀਗੇ ਅਤੇ ਜਿਨ੍ਹਾਂ ਨੂੰ ਦੇਖ ਕੇ ਸਾਰੀ ਜਿਹੜੀ ਸੰਗਤ ਸੀ ਜਾਂ ਹੋਰ ਆਲੇ ਦੁਆਲੇ ਨਗਰਾਂ ਦੇ ਜਿੰਨੇ ਲੋਕ ਸੀ ਸਾਰੇ ਹੱਕੇ ਬੱਕੇ ਰਹਿ ਗਏ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦਾ ਨਾਮ ਜਿਹੜਾ ਰਤਨਦਾਸ ਹੈਗਾ ਅਤੇ ਕੋਈ ਲਗੋਟੀ ਦੇ ਵਿੱਚ ਬਹੁਤ ਡੇਰਾਂ ਤੋਂ ਜਿਹੜੀ ਉਹ ਸਮਾਧੀ 'ਚ ਬੈਠੇ ਆ। ਉਸ ਤੋਂ ਬਾਅਦ ਫਿਰ ਉਹ ਜਿਹੜੀ ਬਰਮੀ ਬਣੀ ਸੀ, ਬਰਮੀ ਦੇ ਨਾਂ ਤੋਂ ਫਿਰ ਬਾਬਾ ਰਤਨਦਾਸ ਜੀ ਦਾ ਜਿਹੜਾ ਨਾਮ ਸੀਗਾ ਫਿਰ ਬਾਬਾ ਬੀਰ ਰਮਦਾਸ ਜੀ ਜਿਹੜਾ ਸੀ ਕਰਕੇ ਪ੍ਰਸਿੱਧ ਹੋਇਆ ਸੀਗਾ। ਫਿਰ ਜਦੋਂ ਬਾਬਾ ਬੀਰ ਰਮਦਾਸ ਜੀ ਜਿਹੜੀ ਉਮਰ ਸੀ ਉਹ ਤਕਰੀਬਨ 99 ਸਾਲ ਦੀ ਹੋਈ ਸੀ, ਫਿਰ ਕਲਗੀਧਰ ਮਹਾਰਾਜ ਜੀ ਨੇ ਇਹਨਾਂ ਦੇ ਅੰਤਰਾਤਮਾ ਦੇ ਵਿੱਚ ਪ੍ਰੇਰਨਾ ਕਰਕੇ ਇਹਨਾਂ ਨੂੰ ਫਿਰ ਹਜ਼ੂਰ ਸਾਹਿਬ ਬੁਲਾਇਆ ਸੀਗਾ। ਉਸ ਤੋਂ ਬਾਅਦ ਜਦੋਂ ਬਾਬਾ ਬੀਰ ਰਮਦਾਸ ਜੀ ਹਜ਼ੂਰ ਸਾਹਿਬ ਗਏ ਆ ਅਤੇ ਕਲਗੀਧਰ ਮਹਾਰਾਜ ਜੀ ਦੇ ਨਾਲ ਇਹ ਕਈ ਦਿਨ ਉੱਥੇ ਰਹੇ ਆ ਅਤੇ ਉੱਥੇ ਫਿਰ ਜੋ ਬਚਨ ਬਲਾਸ ਕਲਗੀਧਰ ਮਹਾਰਾਜ ਨੇ ਬਾਬਾ ਬੀਰ ਰਮਦਾਸ ਜੀ ਨਾਲ ਕੀਤੇ ਸੀਗੇ, ਉਹਨਾਂ ਬਚਨਾਂ ਸਦਕਾ ਫਿਰ ਕਲਗੀਧਰ ਮਹਾਰਾਜ ਨੇ ਇਹਨਾਂ 'ਤੇ ਜਿਹੜੀ ਸੀ ਕਿਰਪਾ ਐਸੀ ਕੀਤੀ ਸੀ, ਇਹਨਾਂ ਨੂੰ ਸਾਰਾ ਕੁਛ ਬਖਸ਼ ਦਿੱਤਾ ਸੀ। ਜਦ ਸਾਰੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਸਾਰੀ ਚੀਜ਼ ਜਿਹੜੀ ਸੀ ਬਾਬਾ ਬੀਰ ਰਮਦਾਸ ਜੀ ਦੇ ਸਪੁਰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਫਿਰ ਕਲਗੀਧਰ ਪਿਤਾ ਜੀ ਨੇ ਬਾਬਾ ਬੀਰ ਰਮਦਾਸ ਜੀ ਨੂੰ ਜਿਹੜਾ ਸੀ ਇਹ ਆਖਿਆ ਸੀਗਾ ਕਿ ਹੁਣ ਤੁਸੀਂ ਪੰਜਾਬ ਦੀ ਧਰਤੀ 'ਤੇ ਚਲੇ ਜਾਓ, ਉਸ ਧਰਤੀ 'ਤੇ ਜਾ ਕੇ ਤੁਸੀਂ ਜਿੰਨੀਆਂ ਵੀ ਜਿਹੜੀਆਂ ਹਨ ਸੰਪਰਦਾਵਾਂ ਹੈਗੀਆਂ ਜਾਂ ਟਕਸਾਲਾਂ ਹੈਗੀਆਂ ਜਾਂ ਹੋਰ ਜਿੰਨੇ ਵੀ ਜਿਹੜੇ ਮਹਾਂਪੁਰਖ ਹੈਗੇ ਬ੍ਰਹਮ ਗਿਆਨੀ, ਉਹਨਾਂ ਨੂੰ ਤੁਸੀਂ ਉਤਸ਼ਾਹ ਕਰਨਾ ਹੈ। ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਕਲਗੀਧਰ ਪਿਤਾ ਜੀ ਨੇ ਬਾਬਾ ਬੀਰ ਰਮਦਾਸ ਜੀ ਨੂੰ ਦਿੱਤੀਆਂ ਸੀ। ਉਸ ਤੋਂ ਬਾਅਦ ਫਿਰ ਜਦੋਂ ਬਾਬਾ ਬੀਰ ਰਮਦਾਸ ਜੀ ਆਏ ਸੀਗੇ ਪੰਜਾਬ ਦੀ ਧਰਤੀ ਦੇ ਵਿੱਚ, ਫਿਰ ਇਹਨਾਂ ਨੇ ਆ ਕੇ ਜਿੰਨੀਆਂ ਵੀ ਜਿਹੜੀਆਂ ਸੰਪਰਦਾਵਾਂ ਟਕਸਾਲਾਂ ਸੀਗੀਆਂ ਜਾਂ ਹੋਰ ਜਿੰਨੇ ਵੀ ਬ੍ਰਹਮ ਗਿਆਨੀ ਮਹਾਂਪੁਰਖ ਹੋਇਆ ਉਹਨਾਂ ਦੇ ਅਸਥਾਨਾਂ ਦੀ ਜਿੰਨੀ ਵੀ ਉਸਾਰੀ ਸੀ ਬਾਬਾ ਬੀਰ ਰਮਦਾਸ ਜੀ ਨੇ ਆਪ ਕਰਾਈ ਸੀ, ਜਿਹਦੇ ਵਿੱਚੋਂ ਨਾਨਕਸਰ ਬਾਬਾ ਨੰਦ ਸੋਹਣਾ ਦਾ ਜਿਹੜਾ ਸਥਾਨ ਵਾ, ਉਸ ਤੋਂ ਬਾਅਦ ਭੁੱਚੋ ਬਾਬਾ ਮਾਹਰ ਨਾਮ ਸੋਹਣਾ ਦਾ ਸਥਾਨ ਵਾ, ਬਾਬਾ ਜਵਾਲਾ ਦਾਸ ਜੀ ਦਾ ਹਰਖਵਾਲਾ ਵਾਲਾ ਸਥਾਨ ਹੈ। ਉਸ ਤੋਂ ਬਾਅਦ ਜਿਹੜੇ ਉਦਾਸੀ ਮੱਤ ਦੇ ਜਿੰਨੇ ਸਥਾਨ ਵਾ ਇਹਨਾਂ ਦੀ ਸੇਵਾ ਬਾਬਾ ਬੀਰ ਰਮਦਾਸ ਜੀ ਨੇ ਕਰਾਈ ਸੀ। ਔਰ ਉਸ ਤੋਂ ਬਾਅਦ ਜਿੰਨੇ ਕਾਰ ਸੇਵਾ ਵਾਲੇ ਸਾਧੂ ਜਿਵੇਂ ਬਾਬਾ ਗੁਰਮੁਖ ਸਿੰਘ ਜੀ ਸੀ, ਇਹ ਸਾਰੇ ਜਿਹੜੇ ਸੀ ਬਾਬਾ ਬੀਰ ਰਮਦਾਸ ਜੀ ਦੇ ਪਾਸ ਆਉਂਦੇ ਹੁੰਦੇ ਸੀ ਅਤੇ ਇਹਨਾਂ ਦੀ ਸਲਾਹ ਦੇ ਨਾਲ ਹੀ ਜਾਂ ਇਹਨਾਂ ਦੇ ਆਦੇਸ਼ਾਂ ਮੁਤਾਬਕ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸੀ ਉਹ ਕੰਮ ਕਰਦੇ ਹੁੰਦੇ ਸੀ। ਬਾਬਾ ਬੀਰ ਰਮਦਾਸ ਜੀ ਦੀ ਦੱਸਦੇ ਆ ਕਿ ਜਿਹੜੀ ਕੁੱਲ ਆਜੂ ਆ ਉਹ 321 ਸਾਲ ਹੋਈ ਆ।
ਇਹ ਸਾਰੇ ਜਿਹੜੇ ਮਹਾਂਪੁਰਖ ਆ ਇਸ ਨੂੰ ਦੱਸਦੇ ਆ ਕਿ ਕਿਵੇਂ ਬਾਬਾ ਬੀਰਮਦਾਸ ਜੀ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਰਾਜੇ ਮਹਾਰਾਜਾ ਨੂੰ ਜਿਹੜੇ ਲਾਗੇ ਲੱਗਣ ਨਹੀਂ ਸੀ ਦਿੰਦੇ, ਪਰ ਜਿੰਨੇ ਵੀ ਜਿਹੜੇ ਸਾਧੂ ਹੁੰਦੇ ਸੀ ਜਾਂ ਉਹ ਗੁਰਮੁਖ ਗੁਰੂ ਦੇ ਪਿਆਰੇ ਜਿਹੜੇ ਮਨ ਤਨ ਧਨ ਕਰਕੇ ਬਾਬਾ ਬੀਰਮਦਾਸ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਦੇ ਹੁੰਦੇ ਸੀ, ਉਹਨਾਂ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਇਹ ਜਿਹੜੀ ਸੇਵਾ ਦੀ ਘਾਲਣਾ ਸੀ ਇਹ ਬਾਬਾ ਬੀਰਮਦਾਸ ਜੀ ਦਿੰਦੇ ਸੀ। ਸੋ ਬਾਬਾ ਬੀਰਮਦਾਸ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਬ੍ਰਹਮ ਗਿਆਨੀ ਮਹਾਂਪੁਰਖ ਜਿਹੜੇ ਆ ਉਹ ਵੀ ਬਣਾਏ ਆ। ਇਸ ਤਰ੍ਹਾਂ ਇਹ ਜਿਹੜੇ ਬਾਬਾ ਬੀਰਮਦਾਸ ਜੀ ਸੀ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਨਹੀਂ ਅਨੇਕਾਂ ਕੰਮ ਕੀਤੇ ਆ, ਅਤੇ ਇਹਨਾਂ ਕੰਮਾਂ ਨੂੰ ਕਰਨ ਦੇ ਨਾਲ ਜਿੰਨੇ ਵੀ ਜਿਹੜੇ ਮਹਾਂਪੁਰਖ ਸੀ ਉਹ ਬਾਬਾ ਬੀਰਮਦਾਸ ਜੀ ਤੋਂ ਜਿੱਥੇ ਉਹ ਆਰਥਿਕ ਮਦਦ ਲੈਂਦੇ ਸੀਗੇ, ਉੱਥੇ ਰੂਹਾਨੀ ਜਿਹੜੇ ਵਚਨ ਸੀਗੇ ਉਹਨਾਂ ਤੋਂ ਵੀ ਸਾਰੇ ਜਿਹੜੇ ਮਹਾਂਪੁਰਖ ਸੀ ਲਾਭ ਉਠਾਉਂਦੇ ਹੁੰਦੇ ਸੀ। ਇਸ ਤਰ੍ਹਾਂ ਬਾਬਾ ਬੀਰਮਦਾਸ ਜੀ ਕਲਗੀਧਰ ਮਹਾਰਾਜ ਤੋਂ ਲੈ ਕੇ 1938 ਤੱਕ ਮਹਾਰਾਜ ਨੇ ਜਿਹੜੀ ਸੀ ਇਹ ਜਿਹੜੀ ਸੇਵਾ ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਭੇਦਭਾਵ ਤੋਂ, ਕਿਸੇ ਵੀ ਧਰਮ ਦਾ ਕੋਈ ਵੀ ਆ ਜਾਵੇ ਉਹਦੀ ਰਹਿਨੁਮਾਈ ਕੀਤੀ ਆ, ਉਹਨੂੰ ਆਰਥਿਕ ਮਦਦ ਦਿੱਤੀ ਆ। ਇਸ ਕਰਕੇ ਬਾਬਾ ਬੀਰਮਦਾਸ ਜੀ ਜਿਹੜੇ ਆ ਉਹਨਾਂ ਨੇ ਜਿੱਥੇ ਹਿੰਦੂਆਂ ਨੂੰ, ਹੋਰ ਮੁਸਲਮਾਨਾਂ ਨੂੰ, ਬਾਕੀ ਧਰਮਾਂ ਦੇ ਜਿੰਨੇ ਵੀ ਪੈਰੋਕਾਰ ਵਾ ਸਾਰਿਆਂ ਨੂੰ ਜਿਹੜੀਆਂ ਸਹਾਇਤਾ ਦੇ ਕੇ ਉਹਨਾਂ ਨੂੰ ਵਾਹਿਗੁਰੂ ਰੱਬ ਦੇ ਨਾਲ ਜੋੜਿਆ ਹੈ। ਅਤੇ ਜੋ ਕਲਗੀਧਰ ਮਹਾਰਾਜ ਦਾ ਦੇਸ਼ ਹੈ ਕਿ ਮਾਨਸ ਕੀ ਜਤ ਸਭ ਏਕੇ ਪਹਿਚਾਨਬੋ, ਆਪਣੇ ਜੀਵਨ ਦੇ ਵਿੱਚ ਉਹਨਾਂ ਦੀ ਜਿਹੜੀ ਆ ਸੇਵਾ ਕਰਕੇ ਪੂਰੇ ਜਗਤ ਨੂੰ ਦਿਖਾਲੀ ਆ। ਸੋ ਇਸ ਤਰ੍ਹਾਂ ਮਹਾਂਪੁਰਖ ਜਦ ਜਿਹੜੇ ਸੇਵਾ ਕਰਦੇ ਰਹੇ ਆ, ਅਖੀਰ ਦੇ ਵਿੱਚ 13 ਅਪ੍ਰੈਲ 1938 ਨੂੰ ਬਾਬਾ ਬੀਰਮਦਾਸ ਜੀ ਨੇ ਆਪਣਾ ਜਿਹੜਾ ਪੰਜ ਭੂਤਕ ਦੇਹੀ ਨੂੰ ਤਿਆਗ ਕੇ ਤਾਂ ਆਪ ਜਿਹੜੇ ਸੀ ਉਹ ਸੱਚਖੰਡ ਚਲੇ ਗਏ ਸੀ। ਇਹ ਆ ਬਾਬਾ ਬੀਰਮਦਾਸ ਮਹਾਂਪੁਰਖਾਂ ਦੇ ਜੀਵਨ ਦੀ ਇੱਕ ਤਿਲ ਮਾਤਰ ਝਲਕ। ਸੋ ਬਾਬਾ ਬੀਰਮਦਾਸ ਜੀ ਦਾ ਜੋ ਜੀਵਨ ਹੈ ਉਹ ਤਾਂ ਆਪ ਸੰਗਤਾਂ ਜਾਣਦੀਆਂ ਕਿ ਅਥਾਹ ਹੈ, ਬੇਅੰਤ ਹੈ, ਜੋ ਵਰਣਨ ਨਹੀਂ ਕੀਤਾ ਜਾ ਸਕਦਾ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕੋ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।